एक भाई बाबा नानक सिंह जी होए न मिस्त्री पने का काम करते सी। ਉਹ ਮਿਸਤਰੀ ਪਣੇ ਦਾ ਕੰਮ ਕਰਦੇ ਸੀ। ਮਿਸਤਰੀ ਪਣੇ ਦਾ ਕੰਮ ਕਰਦੇ ਰਹੇ ਕਿਸੇ ਜ਼ਿਮੀਂਦਾਰ ਦੇ, ਤਾਂ ਉਹ ਜਦੋਂ ਛੱਤ ਤੇ ਲੈ ਗਏ ਤਾਂ ਲਟੈਨ ਛੋਟੀ ਰਹਿ ਗਈ। ਲਟੈਨ ਛੋਟੀ ਰਹੀ ਵੀ ਉਹ ਚੜ੍ਹ ਜਾਣ ਉਤਰਿਆ ਹੁਣ, ਤਾਂ ਉਹ ਲਟੈਨ ਜਦੋਂ ਛੋਟੀ ਸੀ 5-6 ਇੰਚ ਤਾਂ ਲਟੈਨ ਆਵੇ ਕਿੱਥੋਂ। ਤਾਂ ਬਾਬਾ ਜੀ ਉਹਦੇ ਲਟੈਨ ਛੱਡ ਕੇ ਘਰ ਨੂੰ ਵਗ ਗਏ। ਜਦੋਂ ਅਗਲੇ ਦਿਨ ਤੜਕੇ ਆ ਕੇ ਫੇਰ ਮਿਲਣ ਲੱਗ ਗਏ, 2-3 ਵਾਰੀ ਉਦੋਂ ਗਜਾ ਹੁੰਦੇ ਗਜਾ ਨਾ ਮਿਲੀ ਤਾਂ ਲਟੈਨ ਛੋਟੀ। ਅਤੇ ਗਵਾਂਢ ਸਿੱਜਤਾਂ ਦਾ ਗਵਾਂਢ ਸੀਗਾ ਕੰਧ ਦੇ ਨਾਲ। ਸਿੱਜਤਾਂ ਦੀ ਕੁੜੀ ਕੁਮਾਰੀ ਸੀਗੀ। ਉਹ ਕੁੜੀ ਬਾਬਾ ਜੀ ਨੂੰ ਕਹਿਣ ਲੱਗੀ, ਕਹਿੰਦੀ ਮਿਸਤਰੀ ਜੀ ਚੱਕ ਕੇ ਧਰ ਦਿਓ, ਪੂਰੀ ਹੈ। ਤਾਂ ਉਹ ਜਦੋਂ ਲਟੈਨ ਧਰੀ ਤਾਂ ਉਹ ਪੂਰੀ ਹੋ ਗਈ। ਅੱਛਾ, ਪੂਰੀ ਹੋਈ ਵੀ ਤਾਂ ਬਾਬਾ ਜੀ ਨੇ ਛੱਤ ਪਾਤੀ। ਛੱਤ ਪਾ ਕੇ ਤੇ ਫਿਰ ਉਹ ਮਤਲਬ ਉਤਰੇ ਅਗਲੇ ਦਿਨ, ਤੇ 33 ਕਰੰਡੀ ਉਹਨਾਂ ਨੇ ਸਿੱਟਤੀ ਉੱਥੇ। ਅੱਛਾ, ਬਸ ਕਹਿੰਦੇ ਅੱਜ ਤੋਂ ਮਿਸਤਰੀ ਪਣੇ ਦਾ ਕੰਮ ਨਹੀਂ ਕਰਨਾ। ਉਹ ਜ਼ਿਮੀਂਦਾਰ ਪੁੱਛਣ ਲੱਗੇ, ਕਹਿੰਦੇ ਜੀ ਮਿਸਤਰੀ ਜੀ ਕੀ ਗੱਲ ਹੋ ਗਈ? ਕਹਿੰਦੇ ਜੀ ਬਸ ਅੱਜ ਤੋਂ ਕਰਨਾ ਨਹੀਂ, ਇੱਕ ਕੁੜੀ ਦੇ ਕਹੇ ਤੋਂ ਲਟੈਨ ਪੂਰੀ ਹੋ ਸਕਦੀ ਹੈ। ਅੱਛਾ, ਤੇ ਆਪਾਂ ਕੁਛ ਆਪਦੀ ਸਿਹਤ ਲਈ ਪਰਮਾਤਮਾ ਦੀ ਬੰਦਗੀ ਕਰ ਹੀ ਨਹੀਂ ਸਕਦੇ। ਫਿਰ ਬਾਬਾ ਜੀ ਛੱਡ ਕੇ ਉੱਥੋਂ ਚਲੇ ਗਏ। ਚਲੇ ਗਏ ਤਾਂ ਫਿਰ ਹਜ਼ੂਰ ਸਾਹਿਬ ਚਲੇ ਗਏ। ਅੱਛਾ, ਹਜ਼ੂਰ ਸਾਹਿਬ ਚਲੇ ਗਏ। ਹਜ਼ੂਰ ਸਾਹਿਬ ਉੱਥੇ ਬਾਬਾ ਜੀ ਰਹੇ 2-3 ਸਾਲ। 2-3 ਸਾਲ ਬਾਅਦ ਉੱਥੇ 10ਵੇਂ ਪਾਤਸ਼ਾਹ ਦੇ ਦਰਸ਼ਨ ਹੋਏ। 10ਵੇਂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਰਿਸ਼ੀ ਜੀ ਤੁਹਾਨੂੰ ਮਾਤ ਲੋਕ ਦੇ ਵਿੱਚ ਕਿਹੜੇ ਕੰਮ ਲਈ ਭੇਜਿਆ ਸੀ? ਅੱਛਾ, ਤੇ ਤੁਸੀਂ ਤਾਂ ਉੱਥੋਂ ਵੀ ਛੱਡ ਕੇ ਆ ਕੇ ਇੱਥੇ ਬਹਿ ਗਏ, ਤੇ ਵੀ ਤੁਸੀਂ ਜਾਓ, ਜਾ ਕੇ ਪੁੱਛੋ ਜਾਓ। ਅੱਛਾ, ਪੁੱਛੋ ਤੁਹਾਡੀ ਸੰਭਾਲ ਹੋਊਗੀ। ਤੇ ਉੱਥੇ ਬਾਬਾ ਜੀ ਕਹਿਣ ਲੱਗੇ ਉਹਨਾਂ ਨੂੰ, ਕਹਿੰਦੇ ਵੀ ਬਾਬਾ ਜੀ ਸੱਚੇ ਪਾਤਸ਼ਾਹ ਸਾਡੇ ਕੋਲ ਤਾਂ ਮਤਲਬ ਵੀ ਕਿਰਾਇਆ ਵੀ ਹੈ ਨਹੀਂ। ਤੇ ਕਹਿੰਦੇ ਨਹੀਂ ਤੁਸੀਂ ਬਸ ਕੋਈ ਨਹੀਂ ਤੁਹਾਨੂੰ ਪੁੱਛਦਾ ਕਿ ਰੇਲ ਚੜ੍ਹ ਜਾਓ। ਬਾਬਾ ਜੀ ਉੱਥੋਂ ਰੇਲ ਚੜ੍ਹੇ। ਚੜ੍ਹ ਕੇ ਆ ਕੇ ਤਾਂ ਇਹ ਬਾਬਾ ਜੀ ਬਠਿੰਡੇ ਉਤਰ ਗਏ। ਬਠਿੰਡੇ ਉਤਰ ਕੇ ਉੱਥੋਂ ਬਾਬਾ ਜੀ ਨੇ ਪੁੱਛਿਆ ਵੀ ਅਸੀਂ ਭਾਈ ਭੁੱਚੋ ਜਾਣਾ। ਉੱਥੋਂ ਕਿਸੇ ਨੇ ਭੁੱਚੋ ਦਾ ਰਸਤਾ ਦੱਸਤਾ। ਬਾਬਾ ਜੀ ਤੁਰਿਆ ਆ ਕੇ ਉੱਥੇ ਇੱਕ ਲਹਿਰੇ ਦੇ ਕੋਲੇ ਡੇਰਾ ਸੀਗਾ। ਬਾਬਾ ਜੀ ਉੱਥੇ ਸੰਤ ਨਿਧਾਵਾ ਜੀ ਸਿੰਘ ਕੋਲੇ ਆ ਗਏ। ਅੱਛਾ, ਉੱਥੇ ਆ ਕੇ ਬਾਬਾ ਜੀ ਕੁਛ ਦਿਨ ਉਹਨਾਂ ਕੋਲੇ ਰਹੇ। ਭਜਨ ਬੰਦਗੀ ਕਰਿਆ ਕਰਨ ਤੜਕੇ ਉੱਠ ਕੇ, ਤੇ ਉਹਨਾਂ ਸੰਤਾਂ ਕੋਲੇ ਰਹੇ ਜਾਣੇ। ਉਹਨਾਂ ਨੇ ਜਦੋਂ 5-7 ਦਿਨ ਰਹਿੰਦਿਆਂ ਨੂੰ ਹੋ ਗਏ, ਤਾਂ ਇੱਕ ਦਿਨ ਜਾ ਕੇ ਬਹੁਤ ਉੱਥੇ ਭਿਆਨਕ ਚੱਕਾਂ ਵਾਲੇ ਸਾਈਡ 'ਤੇ ਜੰਗਲ ਸੀਗਾ। ਉਹ ਬਾਬਾ ਜੀ ਜਾ ਕੇ ਜੰਗਲ 'ਚ ਬਹਿ ਗਏ। ਉੱਥੇ ਕੋਈ ਦਿਨੇ ਵੀ ਬੰਦਾ ਜਾਂਦਾ ਨਹੀਂ ਸੀ। ਉੱਥੇ 4 ਵਜੇ ਉੱਠ ਕੇ ਬਹਿ ਗਏ। 5-7 ਦਿਨ ਉੱਥੇ ਬੈਠੇ ਹੀ ਰਹੇ। ਮੁੜ ਕੇ ਉੱਥੋਂ ਦੇ ਲਾ ਆਏ ਨਾ। ਉਹਨਾਂ ਕਿਸੇ ਹਾਲੀ ਨੇ ਦੱਸਿਆ ਚੌਥੇ 5ਵੇਂ ਦਿਨ, ਕਹਿੰਦੇ ਸੰਤਾਂ ਨੂੰ ਆ ਕੇ, ਸੰਤ ਜੀ ਜਿਹੜੇ ਤੁਹਾਡੇ ਕੋਲੇ ਰਿਸ਼ੀ ਰਹਿੰਦੇ ਸੀ ਵੀ ਉਹ ਤਾਂ ਪਤਾ ਨਹੀਂ ਤਾਂ ਪੂਰੇ ਹੋ ਗਏ, ਤੇ ਉਹ ਤਾਂ ਜਿੱਥੇ ਪੰਥੀ ਮਾਰੀ ਵੀ ਆ ਉਹ ਤਾਂ ਦਿਨੇ ਨਹੀਂ ਸੀ ਵੜਦਾ ਮੈਰ ਦੇ ਵਿੱਚ, ਵੀ ਅਸੀਂ ਕੁਦਰਤੀ ਨਿਗਾਹ ਪੈ ਗਿਆ, ਦੇਖਿਆ ਵੀ ਉਹ ਤਾਂ ਉਵੇਂ ਜਿਵੇਂ ਬੈਠੇ ਨੇ ਪੰਥੀ ਮਾਰੀ। ਫਿਰ ਸੰਤ ਨਿਧਾਵਾ ਸਿੰਘ ਨੇ ਬਾਬਾ ਜੀ ਨੂੰ ਉੱਥੋਂ ਮੰਜੇ 'ਤੇ ਚੱਕ ਲਿਆਂਦਾ। ਚੱਕ ਕੇ ਲਿਆ ਕੇ ਫਿਰ ਘਿਓ ਦੀਆਂ ਮਾਲਸਾਂ ਕਰੀਆਂ। ਮਾਲਸਾਂ ਕਰੀਆਂ ਤਾਂ ਉਹਨੂੰ ਘੰਟਾ 2 ਘੰਟੇ ਬਾਅਦ ਪਲਕ ਖੁੱਲ੍ਹੀ। ਫਿਰ ਉਹ ਸੰਤ ਕਹਿਣ ਲੱਗੇ, ਕਹਿੰਦੇ ਜੀ ਇਹ ਸਾਡੇ ਤੁਸੀਂ ਸੰਭਾਲਣ ਦੇ ਨਹੀਂ, ਵੀ ਤੁਸੀਂ ਪੁੱਛੋ ਜਾਵੋ। ਅੱਛਾ, ਪੁੱਛੋ ਤੁਹਾਨੂੰ ਸੰਤ ਬਾਬਾ ਮਹਾ ਹਰਨਾਮ ਸਿੰਘ ਜੀ ਤੁਹਾਨੂੰ ਬਾਂਹ ਫੜਨਗੇ। ਫਿਰ ਉੱਥੋਂ ਨਾਲ ਗਏ ਤਾਂ ਬਾਬਾ ਮਹਾ ਹਰਨਾਮ ਸਿੰਘ ਕੋਲੇ ਬਾਬਾ ਜੀ ਨੂੰ ਛੱਡੇ। ਉੱਥੇ ਬਾਬਾ ਜੀ ਸੇਵਾ ਕਰੀ ਜਾਇਆ ਕਰਨ। ਸਾਲ 6 ਮਹੀਨੇ ਰਹਿੰਦਿਆਂ ਨੂੰ ਹੋ ਗਏ, ਤਾਂ ਬਾਬਾ ਜੀ ਨੇ ਬਾਬਾ ਜੀ ਨੂੰ ਬੁਲਾਇਆ ਨਾ। ਕਹਿ ਕਰਨ ਭਾਈ ਤੁਸੀਂ ਬਸ ਸੇਵਾ ਕਰੀ ਚੱਲੋ। ਫਿਰ ਇੱਕ ਦਿਨ ਬਾਬਾ ਜੀ ਨੇ ਬੇਨਤੀ ਕਰੀ, ਸੱਚੇ ਪਾਤਸ਼ਾਹ ਵੀ ਤੁਹਾਡੇ ਲੜ ਲੱਗਿਆ, ਸਾਨੂੰ ਕੋਈ ਰਾਹ ਪਾਓ। ਕਹਿੰਦੇ ਚੰਗਾ ਭਾਈ ਤੁਸੀਂ ਨੀਂਦ ਮਾਰੋ। ਤਾਂ ਉੱਥੇ ਆਪਣੇ ਛੇਮੇ ਵਾਲੇ ਪਾਸੇ ਇੱਕ ਛੱਪੜ ਦੇ ਵਿੱਚ ਪਿੱਪਲ ਖੜਾ ਸੀ। ਤਾਂ ਬਾਬਾ ਜੀ ਉਹ ਛੱਪੜ ਪਿੱਪਲ ਦੇ ਉੱਤੇ ਰਾਤ ਨੂੰ ਚੜ੍ਹ ਜਾ ਕਰਨ, ਮਨ ਨੂੰ ਡਰ ਪਾਇਆ ਕਰਨ ਵੀ ਜੇ ਤੂੰ ਡਿੱਗ ਪਿਆ ਤਾਂ ਛੱਪੜ 'ਚ ਡਿੱਗੇਗਾ। ਅੱਛਾ,
ਤਾਂ ਉੱਥੇ ਉਹ 5-10 ਦਿਨ ਉਹਨਾਂ ਨੇ ਨਗਾਏ। ਜਦੋਂ ਟੂਲਾ ਪਿਆ ਕਰੇ ਛੱਪੜ 'ਚ ਡਿੱਗ ਪਿਆ ਕਰਨ ਤੇ ਹਾਲੀ ਹਾਲ ਛੱਡ ਕੇ ਭੱਜੇ ਕਰਨ ਅੱਛਾ ਵੀ ਆ ਤਾਂ ਕੋਈ ਮਤਲਬ ਵੀ ਇਹਦੇ 'ਚ ਭੂਤ ਪ੍ਰੀਤ ਹੈ ਛੱਪੜ ਦੇ ਵਿੱਚ ਰਾਤ ਨੂੰ। 5-4 ਦਿਨਾਂ 10 ਦਿਨਾਂ ਬਾਅਦ ਬਾਬਾ ਜੀ ਨੇ ਆਖਿਆ ਵੀ ਇਹ ਵੀ ਲੋਟ ਨਹੀਂ ਹੈ। ਹੱਥ ਨੇ ਮਾਲਾ ਚੱਕ ਲਿਆ ਕਰਨ, ਪ੍ਰਸ਼ਾਦਾ ਪਾਣੀ ਜਿਹੜਾ ਲੋੜ ਸੀ ਕਦਾ ਛੱਕ ਕੇ ਤੇ ਤੁਰ ਪਿਆ ਕਰਨ। ਰਾਹ ਦੇ ਵਿੱਚ ਜਦੋਂ 12 ਵੱਜ ਜਾ ਕਰਨ ਜਿੱਥੋਂ ਉੱਥੋਂ ਵਾਪਸ ਮੁੜਿਆ ਕਰਨ। ਬਾਬਾ ਜੀ ਫਿਰ 21 ਦਿਨ ਮਤਲਬ ਵੀ ਇਹ ਕਰਦੇ ਰਹੇ। 21 ਦਿਨਾਂ ਬਾਅਦ ਬਾਬਾ ਜੀ ਨੇ ਮਹਾਰਾਜ ਰਾਮ ਸਿੰਘ ਨੂੰ ਸੱਦ ਲਏ, ਕਹਿੰਦੇ ਰਿਖੀ ਜੀ ਆ ਜਾਓ। ਵੀ ਜਿਹੜੇ ਰਿਖੀਆਂ ਤੋਂ ਕਈ ਜੁੱਗਾਂ 'ਚ ਨੀਂਦ ਨਹੀਂ ਸੀ ਮਰੀ, ਤੁਸੀਂ 21 ਦਿਨਾਂ 'ਚ ਮਾਰਤੀ। ਅੱਛਾ ਅੱਜ ਤੁਸੀਂ ਪੂਰੇ ਹੋ ਤੇ ਤੁਸੀਂ ਹੁਣ ਜਾਓ, ਜਾ ਕੇ ਮਤਲਬ ਵੀ ਆਪਦਾ ਕਿਤੇ ਪਾਠ ਪੂਜਾ ਕਰੋ। ਫਿਰ ਬਾਬਾ ਜੀ ਲਾਹੌਰ ਦੇ ਨੇੜੇ, ਅੱਛਾ ਉਹ ਪਿੰਡ ਮੇਰੇ ਯਾਦ ਨਹੀਂ ਹੈ, ਲਾਹੌਰ ਦੇ ਨੇੜੇ ਕਿਸੇ ਪਿੰਡ ਜਾ ਕੇ ਡੇਰਾ ਲਾ ਲਿਆ, ਬਹਿ ਗਏ ਉੱਥੇ। ਅੱਛਾ ਬੈਠੇ ਵੇ ਤਾਂ ਉੱਥੇ ਜਿਹੜਾ ਪ੍ਰਸ਼ਾਦਾ ਪਾਣੀ ਕੋਈ ਲੋੜ ਸੀਗੀ 2 ਪ੍ਰਸ਼ਾਦੇ ਫੜ ਲਿਆ ਕਰਨ, 8 ਪਹਿਰਾਂ ਮਗਰੋਂ ਛੱਕ ਕੇ ਆਪਦਾ ਭਜਨ ਕਰੀ ਜਾਇਆ ਕਰਨ। ਇੱਕ ਦਿਨ ਬਾਬਾ ਜੀ ਫੇਰ ਗਏ ਤੜਕੀ ਸਿਆਂ, ਤਾਂ ਉੱਥੇ ਕੋਈ ਮਾਈ ਪ੍ਰਸ਼ਾਦੇ ਲਾਉਂਦੀ ਸੀ। ਬਾਬਾ ਜੀ ਨੇ ਜਾ ਕੇ ਕਿਹਾ ਮਾਤਾ ਪ੍ਰਸ਼ਾਦੇ ਲੈਣੇ ਆ। ਬਾਬਾ ਜੀ ਨੂੰ ਕਹਿਣ ਲੱਗੀ ਤੁਹਾਡੇ ਵਿਹਲੜਾਂ ਵਾਸਤੇ ਨਹੀਂ ਹੈ, ਅੱਛਾ ਇਹ ਪ੍ਰਸ਼ਾਦੇ ਜਿਹੜਾ ਤੜਕੇ ਦਾ 4 ਵਜੇ ਹਲ ਲੈਣ ਗਿਆ ਜੋੜ ਕੇ ਗਿਆ ਹੋਇਆ ਇਹ ਉਹਦੇ ਵਾਸਤੇ ਲੈਂਦੇ ਨੇ। ਤਾਂ ਕੋਈ ਉੱਥੇ ਬਜ਼ੁਰਗ ਬੈਠਾ ਸੀ ਮੇਰੇ ਵਰਗਾ, ਅੱਛਾ ਉਹ ਜਦੋਂ ਬਾਬਾ ਜੀ ਮੁੜਿਆ ਉਹ ਕਹਿਣ ਲੱਗਿਆ ਕਰਦਾ, ਕਹਿੰਦੇ ਸੌਰ ਕੇ ਤੂੰ ਜਵਾਬ ਦਿੱਤਾ ਸਾਧੂਆਂ ਨੂੰ, ਮਰਿਆ ਸੋ ਮੰਗਣ ਆਏ ਵੀ ਤਾਂ ਪ੍ਰਸ਼ਾਦੇ ਤੋਂ ਜਵਾਬ ਨਹੀਂ। ਚੰਗਾ ਕਹਿੰਦੀ ਬਾਪੂ ਹਾਕ ਮਾਰ ਲੈ। ਜਦੋਂ ਹਾਕ ਮਾਰੀ ਸਨ ਬਾਬਾ ਜੀ ਨੂੰ, ਕਹਿੰਦੇ ਜੀ ਪ੍ਰਸ਼ਾਦਾ ਲੈ ਜਾਓ। ਬਾਬਾ ਜੀ ਕਹਿੰਦੇ ਭਾਈ ਅਸੀਂ ਤਾਂ ਜਿਉਂਦੇ ਹਾਂ, ਅੱਛਾ ਅਸੀਂ ਤਾਂ ਹਲੇ ਮਰੇ ਨਹੀਂ, ਅਸੀਂ ਤਾਂ ਜਿਉਂਦੇ ਫਿਰਦੇ ਆਂਗੇ। ਤੇ ਬਾਬਾ ਜੀ ਆ ਕੇ ਉੱਥੇ ਰੋਹੀ ਦੇ ਵਿੱਚ ਜਿੱਥੇ ਡੇਰਾ ਸੀਗਾ ਬਹਿ ਗਏ ਤੇ ਉੱਥੇ 2 ਦਿਨ ਭੁੱਖੇ ਬੈਠੇ ਰਹੇ। ਅੱਛਾ ਬਾਬਾ ਜੀ ਨੇ ਪਰਨ ਕਰਤਾ ਵੀ ਜੇ ਭੇਜੂਗਾ ਤਾਂ ਖਾਵਾਂਗੇ, ਨਹੀਂ ਖਾਣਾ ਨਹੀਂ। ਤਾਂ 2 ਦਿਨ ਬੈਠੇ ਰਹੇ ਉੱਥੇ, 3 ਦਿਨ। ਤਾਂ ਤੀਜੇ ਦਿਨ ਉੱਥੇ ਹਾਲੀ ਨੇ ਇੱਕ ਨੇ ਹਲ ਜੋੜਦਾ ਹੁੰਦਾ ਸੀ, ਅੱਛਾ ਉਹਦੇ ਪਰਿਵਾਰ ਰੋਟੀ ਲੈ ਕੇ ਗਿਆ। ਉਹ ਜਦੋਂ ਵਿੱਚ ਦੀ ਲੰਘਿਆ ਤਾਂ ਉਹ ਕਹਿਣ ਲੱਗੇ ਵੀ ਇੱਥੇ ਸਾਧੂ ਬੈਠਾ ਕੋਈ। ਉਹ ਕਹਿੰਦਾ ਵੀ ਮੈਂ ਤਾਂ ਮਗਰੋਂ ਛਕੂੰ, ਪਹਿਲਾਂ ਸਾਧੂ ਨੂੰ ਛਕਾਜੇ। ਦੋਨੇ ਜੀ ਆ ਕੇ ਬਾਬਾ ਜੀ ਨੂੰ ਨਮਸਕਾਰ ਕਰੀ, ਕਹਿੰਦੇ ਬਾਬਾ ਜੀ ਪ੍ਰਸ਼ਾਦਾ ਛਕੋ। ਬਾਬਾ ਜੀ ਨੇ ਜਿਹੜਾ ਲੋੜ ਸੀ ਇੱਕ ਅੱਧਾ ਪ੍ਰਸ਼ਾਦਾ ਛਕ ਲਿਆ। ਛਕ ਕੇ ਤਾਂ ਉਹ ਰੋਜ਼ ਉੱਥੇ 2-3 ਦਿਨ ਪ੍ਰਸ਼ਾਦੇ ਪਹੁੰਚਾਉਂਦੇ ਰਹੇ। ਅੱਛਾ ਬਾਬਾ ਜੀ ਨੇ ਆਖਿਆ ਵੀ ਇਹ ਵੀ ਠੀਕ ਨਹੀਂ ਹੈ, ਵੀ ਜਦੋਂ ਆਪਾਂ ਉਹਨਾਂ ਤੇ ਭਰੋਸਾ ਹੀ ਰੱਖਤਾ, ਇੱਥੇ ਤਾਂ ਹਲ ਜੋੜਦਾ ਹੈਗਾ ਵੀ ਆਪਾਂ ਨੂੰ ਰੋਜ਼ ਪ੍ਰਸ਼ਾਦੇ ਦੇ ਕੇ ਜਾਂਦਾ। ਬਾਬਾ ਜੀ ਉੱਥੋਂ ਤੁਰੇ ਤਾਂ ਜਾ ਕੇ ਪਹਾੜੀ ਇਲਾਕੇ ਦੇ ਵਿੱਚ ਜੰਗਲ ਜਾ ਕੇ ਬਹਿ ਗਏ, ਅੱਛਾ ਜਿੱਥੇ ਕੋਈ ਚਿੜੀ ਪਰਿੰਦਾ ਨਹੀਂ ਸੀ ਜਾਂਦਾ। ਤਾਂ ਉੱਥੇ ਬਾਬਾ ਜੀ 2-3 ਦਿਨ ਬੈਠੇ ਰਹੇ ਹੋਏ, ਬੈਠੇ ਭਜਨ ਕਰੀ ਗਏ। ਦੂਜੇ ਤੀਜੇ ਦਿਨ ਇੱਕ ਕੋਈ ਗੁੜ ਦੇ ਗੱਡੇ ਵਾਲੇ ਗੁੜ ਦਾ ਕਿਰਾਇਆ ਪਾਉਂਦੇ ਹੁੰਦੇ ਸੀ। ਅੱਛਾ ਉਹ ਜਿੱਥੇ ਰਾਤ ਪੈ ਜਾਂਦੀ ਚਾਹੇ ਉਹਨੂੰ ਭੁੱਖ ਲੱਗਦੀ, ਉੱਥੇ ਉਹ ਪ੍ਰਸ਼ਾਦਾ ਆਪਦਾ ਤਿਆਰ ਕਰਕੇ ਖਾਂਦੇ ਸੀ। ਅੱਛਾ ਉਹਨਾਂ ਨੇ ਗੱਡਾ ਖੜਾਇਆ ਜੰਗਲ ਦੇ ਵਿੱਚ ਤੇ ਪ੍ਰਸ਼ਾਦਾ ਬਣਾਉਣ ਲੱਗ ਗਏ। ਉਹ ਪ੍ਰਸ਼ਾਦੇ 4 ਬਣਾਉਂਦੇ ਹੁੰਦੇ ਸੀ। ਅੱਛਾ ਉਹ ਦਿਨ ਉਹਨਾਂ ਨੇ ਉਨੇ ਹੀ ਆਟਾ ਗੁੰਨਿਆ, ਉਨੇ ਹੀ ਪ੍ਰਸ਼ਾਦੇ 6 ਬਣ ਗਏ। ਅੱਛਾ 6 ਬਣੇ ਵੇ। ਉਹ ਆਸੇ ਪਾਸੇ ਉਹਨਾਂ ਨੇ ਦੇਖਿਆ, ਆਪ ਦੀ 2 ਜਾਣੇ ਸੀ, ਉਹਨੇ ਰਾਇ ਕਰੀ ਵੀ ਆਪਾਂ 4 ਬਣਾਉਂਦੇ ਹੁੰਦੇ ਸੀ, ਪ੍ਰਸ਼ਾਦੇ 6 ਬਣ ਗਏ। ਜਦੋਂ ਉਹਨਾਂ ਨੇ ਧਿਆਨ ਹੈ ਮਾਰੀ ਤਾਂ ਜੰਗਲ ਦੇ ਵਿੱਚ ਬਾਬਾ ਜੀ ਬੈਠੇ। ਉਹ ਕਹਿੰਦੇ ਵੀ ਪਹਿਲਾਂ ਸਾਧੂਆਂ ਨੂੰ ਛਕਾਈਏ, ਉਹ ਬੈਠੇ ਉਹ ਬਾਬਾ ਜੀ ਕੋਲੇ ਗਏ, ਕਹਿੰਦੇ ਬਾਬਾ ਜੀ ਪ੍ਰਸ਼ਾਦਾ ਛਕੋ। ਛਕਿਆ ਬਾਬਾ ਜੀ ਨੇ ਪ੍ਰਸ਼ਾਦਾ ਗੁੜਨਾ ਛਕ ਕੇ ਕਹਿਣ ਲੱਗੇ ਭਾਈ ਤੁਸੀਂ, ਅਸੀਂ ਤਾਂ ਕਹਿੰਦੇ ਵੀ ਐਂ ਕਰਕੇ ਬਾਬਾ ਜੀ ਗੱਡਾ ਵਾਹੁੰਦੇ ਹੈਗੇ, ਗੁੜ ਦਾ ਭਰਿਆ ਹੋਇਆ, ਤੇ ਵੀ ਸਾਡੇ ਅਸੀਂ 4 ਪ੍ਰਸ਼ਾਦੇ ਬਣਾਉਂਦੇ ਸੀ, ਅੱਜ 6 ਬਣ ਗਏ। ਅੱਛਾ ਤੇ ਬਾਬਾ ਜੀ ਨੇ ਛਕ ਲਏ ਪ੍ਰਸ਼ਾਦੇ। ਉਸ ਕਹਿੰਦੇ ਗੱਡੇ ਦੇ ਵਿੱਚ ਉਹਨਾਂ ਨੂੰ ਜ਼ਿੰਦਗੀ ਭਰ ਉਹਨਾਂ ਲਾਭ ਨਹੀਂ ਸੋਇਆ। ਅੱਛਾ ਵੀ ਉਹਨਾਂ ਨੂੰ ਇੰਨਾ ਉਹਦੇ ਵਿੱਚੋਂ ਮੁਨਾਫਾ ਲਾਭ ਮਿਲਿਆ। ਤੇ ਬਾਬਾ ਜੀ ਉੱਥੋਂ ਛੱਡ ਕੇ ਹੋਰ ਟਿਕਾਣੇ ਚਲੇ ਗਏ। ਚਲੇ ਅੱਜ ਹੋਰ, ਸਵੇਰੇ ਹੋਰ। ਫਿਰ ਬਾਬਾ ਜੀ ਫੇਰ ਇੱਥੇ ਦੁਬਾਰੇ ਪੁੱਛੋ ਆ ਗਏ। ਅੱਛਾ ਕਿਹੜੇ ਨਾਲ ਪੁੱਛੋ ਆਏ ਵੇ। ਪੁੱਛੋ ਆ ਕੇ ਬਾਬਾ ਜੀ ਨੂੰ ਕਿਹਾ ਵੀ ਮੈਨੂੰ ਜੀ ਹੁਣ ਤੁਸੀਂ ਆਪਦੇ ਦੇਖ ਲਓ ਲੜ ਲਾ ਲਓ, ਬਹੁਤ ਸਾਲ ਹੋ ਗਏ, ਮੈਂ ਤਪੱਸਿਆ ਵੀ ਕਰੀ, ਸਾਰਾ ਕੁਛ ਕਰਿਆ। ਬਾਬਾ ਜੀ ਬੋਲੇ ਨਾ। ਬਾਬਾ ਜੀ ਨਾ ਬੋਲੇ ਤਾਂ ਫੇਰ ਬਾਬਾ ਜੀ ਨੇ ਕਿਹਾ ਦੂਜੇ ਦਿਨ। ਬਾਬਾ ਜੀ ਨੂੰ ਕਹਿਣ ਲੱਗੇ, ਕਹਿੰਦੇ ਕਿੱਥੋਂ ਆਏ ਹੋ? ਇਹ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਖੂਹ ਚੋਂ।
ਅੱਛਾ ਕਹਿੰਦੇ ਜਾਣਾ ਕਿੱਥੇ ਆ, ਕਹਿੰਦੇ ਖਾਤੇ 'ਚ ਜਾ ਵਗ ਜਾਓ। ਤੇ ਬਾਬਾ ਜੀ ਕਹਿੰਦੇ ਨੇੜੇ ਖੂਹ ਸੀ, ਖੂਹ ਨੂੰ ਭੱਜਦੇ ਵੀ ਖੂਹ ਛਾਲ ਮਾਰਾਂਗੇ। ਅੱਛਾ ਤੇ ਬਾਬਾ ਮਹਾ ਹਰਨਾਮ ਸਿੰਘ ਜੀ ਨੇ ਸੇਵਕ ਮਗਰ ਦਵੱਲੇ, ਕਹਿੰਦੇ ਉਹਨੇ ਹਟਣਾ ਨਹੀਂ, ਜਾਓ ਲਿਆਓ ਮੋੜ ਕੇ। ਉਹਨੂੰ ਐ ਨਾ ਕਹੇ ਸਾਡੇ ਕੇ, ਉਹਨੂੰ ਕਹੇ ਬਾਬਾ ਜੀ ਦਾ ਹੁਕਮ ਆ, ਮੁੜਿਆ। ਜਦੋਂ ਖੂਹ ਤੇ ਲਵੇ ਜਾ ਵੜੇ ਬਾਬਾ ਜੀ ਤਾਂ ਮਗਰ ਸੇਵਾਦਾਰ ਨਾਲ ਰਲ ਗਏ, ਕਹਿੰਦੇ ਜੀ ਬਾਬਾ ਜੀ ਦਾ ਹੁਕਮ ਹੈ, ਮੁੜਿਆ ਆਓ। ਤੇ ਮੁੜੇ ਆਏ ਬਹਿ ਗਏ, ਬੈਠੇ ਰਹੇ ਤਾਂ ਬਾਬਾ ਜੀ ਕਹਿੰਦੇ ਬਹਿ ਜਾਓ। ਬਹਿ ਗਏ, ਬੈਠੇ ਭਜਨ ਕਰੀ ਗਏ। ਰਾਤ ਦੇ ਫਿਰ 12 ਵਜੇ ਅੱਛਾ ਬਾਬਾ ਜੀ ਨੇ ਅੰਦਰ ਬੁਲਾ ਲਏ। ਕੱਚਾ ਕਮਰਾ ਹੁੰਦਾ ਪੁੱਛੋ, ਕੱਚੇ ਕਮਰੇ 'ਚ ਬੁਲਾ ਲਏ। ਬੁਲਾ ਕੇ ਜਦੋਂ ਬਾਬਾ ਜੀ ਅੰਦਰ ਜਾ ਵੜੇ ਤਾਂ ਉੱਥੇ ਜਿੰਨੇ ਵੀ ਆਪਣੇ ਦੇਵੀ ਦੇਵਤੇ ਸੀ, ਰਿਸ਼ੀ ਮੁਨੀ, ਸ਼ਿਵ ਜੀ ਮਹਾਰਾਜ ਗਏ, ਸਾਰੇ ਕਹਿੰਦੇ ਉਤਰੇ। ਅੱਛਾ ਕਮਰੇ ਦੇ ਵਿੱਚ ਰੋਸ਼ਨੀ ਹੋ ਗਈ। ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਜੀ ਇਹ ਕੀ ਕਾਰਨ? ਬਾਬਾ ਜੀ ਕਹਿੰਦੇ ਭਾਈ ਰਾਜਾ ਜਦੋਂ ਆਪਦੇ ਪੁੱਤ ਨੂੰ ਤਾਜ ਦਿੰਦਾ ਨਾ, ਉਦੋਂ ਸਾਰੇ ਅਹਿਲਕਾਰ ਵਜ਼ੀਰ ਵਿੱਚ ਹੁੰਦੇ ਨੇ। ਅੱਜ ਤੋਂ ਮਾਤ ਲੋਕ ਦੀ ਜ਼ਿੰਮੇਵਾਰੀ ਤੁਹਾਡੀ ਹੈ। ਅੱਛਾ ਅਸੀਂ ਅੱਜ ਤੋਂ ਹੁਣ ਛੱਡ ਚੁੱਕੇ, ਮਾਤ ਲੋਕ ਅੱਜ ਤੋਂ ਤੁਸੀਂ ਸੰਭਾਲਣਾ ਹੈਗਾ। ਫਿਰ ਬਾਬਾ ਜੀ ਨੂੰ ਕਹਿੰਦੇ ਚੰਗਾ, ਹੁਣ ਤੁਸੀਂ ਜਾ ਕੇ ਇੱਕ ਝੰਗ ਮਲਾਣਾ, ਕੋਈ ਪਾਕਿਸਤਾਨ 'ਚ ਆ ਗਿਆ। ਅੱਛਾ ਝੰਗ ਮਲਾਣੇ ਦੇ ਵਿੱਚ ਪਾਠ ਕਰੋ। ਅੱਛਾ ਉੱਥੇ ਬਾਬਾ ਜੀ ਨੇ ਫਿਰ ਕੱਚਾ ਭੋਰਾ ਪਟਾਇਆ। ਕੱਚਾ ਭੋਰਾ ਪਟਾ ਕੇ ਉਹਦੇ ਵਿੱਚ 1.5 ਸਾਲ ਦੇ ਵਿੱਚ ਬਾਬਾ ਜੀ ਨੇ ਪਾਠ ਕਰਿਆ। ਮਹਾ ਸਮਟ ਖਾਂਟ ਪਾਠ ਜਿਹੜਾ ਵੱਜਦਾ 26 ਦਿਨਾਂ 'ਚ ਕਰਦੇ ਨੇ ਹੁਣ ਤਾਂ, ਜਾਨੇ ਬਾਬਾ ਜੀ ਨੇ 1.5 ਸਾਲ 'ਚ ਕਰਿਆ ਇਕੱਲਿਆਂ ਨੇ। ਫਿਰ ਉੱਥੋਂ ਬਾਬਾ ਜੀ ਨੇ ਸੁਨੇਹਾ ਭੇਜਤਾ ਇਹਨਾਂ ਨੇ ਵੀ ਸਾਨੂੰ ਮਿਲ ਕੇ ਜਾਣ। ਇੱਥੇ ਬਾਬਾ ਜੀ ਫੇਰ ਆ ਗਏ। ਫਿਰ ਕਹਿਣ ਲੱਗੇ, ਇੱਥੇ ਜਦੋਂ 2-4 ਦਿਨ ਰਹੇ, ਚੰਗਾ ਕਹਿੰਦੇ ਭਾਈ ਫਿਰ ਤੁਸੀਂ ਆਪਦਾ ਹੁਣ ਚਲਾਓ ਕਾਰੋਬਾਰ, ਵੀ ਕੰਮ ਕਰੋ। ਫਿਰ ਬਾਬਾ ਜੀ ਲਾਹੌਰ ਫੇਰ ਜਾ ਵੜੇ। ਅੱਛਾ ਲਾਹੌਰ ਜਾ ਕੇ ਉੱਥੇ ਇੱਕ ਪਾਸੇ ਪਿੰਡ ਦੇ ਵਿੱਚ ਛੋਟਾ ਜਿਹਾ ਗੁਰਦੁਆਰਾ ਹੈ ਪਿੰਡ 'ਚ। ਬਾਬਾ ਜੀ ਉੱਥੇ ਇੱਕ ਨਾਲ ਸੰਤ ਜਮੰਦ ਸਿੰਘ ਸੀਗਾ ਬਾਬਾ ਜੀ ਦੇ ਨਾਲ, ਫਿਰ ਤੋਂ ਰਲ ਗਿਆ। ਉਹ ਦੋਨੇ ਜਾ ਕੇ ਉੱਥੇ ਕਥਾ ਕੀਰਤਨ ਕਰਿਆ ਕਰਨ ਤੇ ਗੁਰੂ ਸਾਹਿਬ ਦੀ ਸੇਵਾ ਕਰਿਆ ਕਰਨ, ਭਜਨ ਕਰੀ ਜਾਇਆ ਕਰਨ। ਸੰਤ ਜਮੰਦ ਸਿੰਘ ਕਹਿਣ ਲੱਗਿਆ, ਕਹਿੰਦਾ ਵੀ ਧੰਨੇ ਭਗਤ ਨੇ ਅੱਛਾ ਪੱਥਰ ਜੋ ਪ੍ਰਗਟ ਕਰਦੇ ਸੀ, ਤੇ ਆਪਾਂ 10ਵੇਂ ਪਾਤਸ਼ਾਹ ਦਾ ਹੁਕਮ ਹੈ ਬਾਬਾ ਜੀ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਹੈ, ਵੀ ਆਪਾਂ ਇਹ 'ਚੋਂ ਪ੍ਰਗਟ ਕਰ ਸਕਦੇ ਹਾਂ। ਬਾਬਾ ਜੀ ਕਹਿਣ ਲੱਗੇ ਭਾਈ ਕਰ ਸਕਦੇ ਹਾਂ, ਪਰ ਆਪਣੀ ਸ਼ਰਧਾ ਬਣਨੀ ਚਾਹੀਦੀ ਹੈ। ਕਹਿੰਦੇ ਜੀ ਬਣਾਓ। ਫਿਰ ਪ੍ਰਸ਼ਾਦਾ ਪਾਣੀ ਤਿਆਰ ਕਰ ਲਿਆ ਕਰਨ, ਬਣਾ ਦਿਆ ਕਰਨ। ਥਾਲ ਗੁਰੂ ਸਾਹਿਬ ਨੂੰ ਲਵਾ ਕੇ ਅਰਦਾਸ ਬੇਨਤੀ ਕਰਕੇ ਬਸ ਚੱਕ ਕੇ ਪਾਸੇ ਧਰ ਦਿਆ ਕਰਨ। ਅੱਛਾ ਕਹਿੰਦੇ ਜਿੰਨਾ ਚਿਰ ਸ਼ਾਮਲ ਹੋ ਕੇ ਛਕਦਾ ਨਹੀਂ ਵੀ ਅਸੀਂ ਪ੍ਰਸ਼ਾਦਾ ਨਹੀਂ ਛਕਣਾ। ਅੱਛਾ ਹਾਂ। ਫਿਰ 7 ਦਿਨ ਹੁੰਦੀ ਰਹੀ ਜਿਵੇਂ 7ਵੇਂ ਦਿਨ ਜਮਾ ਮਤਲਬ ਵੀ ਸਰੀਰ ਵੀ ਜਵਾਬ ਦੇ ਗਿਆ, ਉੱਠਣੋਂ ਬੈਠਣੋਂ ਰਹਿ ਗਏ। ਬਾ ਬੈਠੇ ਹੋਏ ਜਿਵੇਂ ਭਜਨ ਕਰੀ ਗਏ। 7ਵੇਂ ਦਿਨ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲਵਾ ਕੇ ਮੁੜ ਕੇ ਉਹ ਚੱਕਣ ਦੀ ਵੀ ਪਹੁੰਚ ਨਾ ਰਹੀ। ਬੈਠੇ ਕੀਰਤਨ ਕਰੀ ਜਾਣ, ਬਾਜਿਆਂ ਦੇ ਉੱਤੇ ਟੂਲੇ ਪੈਣ ਸਰੀਰ ਨੂੰ। ਜਦੋਂ ਕਮਜ਼ੋਰ ਹੋ ਗਿਆ, ਫਿਰ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਗਟ ਹੋ ਗਿਆ। ਆਪ ਪ੍ਰਗਟ ਹੋ ਕੇ ਕਹਿਣ ਲੱਗੇ, ਕਹਿੰਦੇ ਰਿਸ਼ੀ ਜੀ ਮੰਗੋ ਕੀ ਮੰਗਦੇ ਆ? ਤੇ ਇਹ ਬਾਬਾ ਜੀ ਦਾ ਕਹਿਣ ਲੱਗੇ, ਕਹਿੰਦੇ ਜੀ ਸਾਨੂੰ ਤਾਂ ਕੋਈ ਮੰਗਣਾ ਨਹੀਂ ਆਉਂਦਾ। ਸੰਤ ਜਮੰਤ ਸਿੰਘ ਜੀ ਕਹਿਣ ਲੱਗੇ, ਕਹਿੰਦੇ ਜੀ ਜਦੋਂ ਮੈਂ ਕੀਰਤਨ ਕਰਾਂ ਮੈਨੂੰ ਉਵੇਂ ਜਿਵੇਂ ਤੁਹਾਡਾ ਅੱਖਾਂ ਦੇ ਮੂਹਰੇ ਸਰੂਪ ਦੇ ਝਲਕਾਂ ਪੈਣ। ਅੱਛਾ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਐਂ ਹੋਇਆ ਕਰੂਗਾ। ਅੱਛਾ ਤੇ ਇਹਨਾਂ ਬਾਬਾ ਜੀ ਨੂੰ ਫੇਰ ਪੁੱਛਿਆ, ਕਹਿੰਦੇ ਜੀ ਤੁਸੀਂ ਰਿਸ਼ੀ ਜੀ ਮੰਗੋ ਕੀ ਮੰਗਦੇ ਹੋ? ਕਹਿੰਦੇ ਜੀ ਕੋਈ ਮੰਗਣਾ ਤਾਂ ਆਉਂਦਾ ਨਹੀਂ। ਕਹਿੰਦੇ ਰਿਸ਼ੀ ਜੀ ਤੀਸਰਾ ਬਚਨ ਹੈ, ਮੰਗੋ ਕੀ ਮੰਗਦੇ ਹੋ? ਕਹਿੰਦੇ ਜੀ ਮੰਗਣਾ ਤਾਂ ਕੁਛ ਆਉਂਦਾ ਨਹੀਂ, ਫਿਰ ਜੇ ਦਿੰਨੀ ਹੋ ਤਾਂ ਮੈਨੂੰ ਆਪ ਦਾ ਹੀ ਬਣਾ ਲਓ। ਅੱਛਾ ਗੁਰੂ ਨਾਨਕ ਦੇਵ ਜੀ ਕਹਿੰਦੇ ਰਿਸ਼ੀ ਜੀ ਨਾਲੇ ਤਾਂ ਕਹਿੰਦੇ ਕੋਈ ਮੰਗਣਾ ਨਹੀਂ ਆਉਂਦਾ, ਤੇ ਨਾਲੇ ਪਿੱਛੇ ਕੀ ਰਹਿ ਗਿਆ? ਜਦੋਂ ਸਾਡੀ ਬਣ ਗਏ ਸਾਰਾ ਸੰਸਾਰ ਹੀ ਤੇਰਾ ਬਣ ਗਿਆ। ਹੁਣ ਪਿੱਛੇ ਤਾਂ ਕੋਈ ਚੀਜ਼ ਰਹੀ ਨਹੀਂ ਗਈ। ਚੰਗਾ ਕਹਿੰਦੇ ਬਸ ਐਂ ਹੋਊਗਾ, ਹੁਣ ਸਾਰਾ ਅੱਜ ਤੋਂ ਗੱਦੀ ਤੁਹਾਨੂੰ ਸੌਂਪਤੀ। ਫੇਰ ਬਾਬਾ ਜੀ ਫੇਰ ਇੱਥੇ ਕਲੇਰੀਆਂ ਆ ਗਏ। ਅੱਛਾ ਜਿੱਥੇ ਠਾਠ ਬਣੀ ਵੀ ਹੈ। ਇੱਥੇ ਆ ਗਏ ਤਾਂ ਇੱਥੇ ਫਿਰ ਆ ਕੇ ਬਾਬਾ ਜੀ ਭਜਨ ਬੰਦਗੀ ਕਰਦੇ ਰਹੇ ਬਹੁਤ ਚਿਰ। ਇੱਥੇ ਪਟਿਆਲੇ ਵਾਲੇ ਰਾਜੇ ਆ ਗਏ। ਅੱਛਾ ਪਟਿਆਲੇ ਵਾਲੇ ਰਾਜੇ ਆ ਕੇ ਬਾਬਾ ਜੀ ਨੂੰ ਕਹਿਣ ਲੱਗੇ, ਕਹਿੰਦੇ ਜੀ ਅਸੀਂ ਗੱਡੀ ਦਾਨ ਕਰਨੀ ਆ ਵੀ ਤੁਹਾਡੇ ਰਹਿਣ ਵਾਸਤੇ। ਅੱਛਾ ਬਾਬਾ ਜੀ ਕਹਿਣ ਲੱਗੇ ਭਾਈ ਹੋਰ ਹੈ ਵੀ ਅਸੀਂ ਤਾਂ ਕਿਸੇ ਗੱਡੀ ਤੇ ਨਾਉ ਹੀ ਨਹੀਂ ਮੇਰ ਰੱਖਣੀ। ਅਸੀਂ ਤਾਂ ਜਿੱਥੇ ਕੁੱਲੀ 'ਚ ਰਹਿੰਦੇ ਹਾਂ ਉਹਨੂੰ ਵੀ ਅੱਗ ਲਾ ਜਾਂਦੇ ਹਾਂ ਵੀ ਸਾਡੇ ਇੱਥੇ ਧਰਤੀ ਦੇ ਉੱਤੇ ਮੇਰ ਨਾ ਰਹੇ।
ਵੀ ਤੁਸੀਂ ਇਹ ਗੱਡੀ ਤਾਂ ਅਸੀਂ ਲੈਣੀ। ਹੂੰ ਮੁੜ ਗਏ, ਮੁੜੇ ਦੂਜੇ ਤੀਜੇ ਦਿਨ ਫੇਰ ਆ ਗਏ, ਕਹਿੰਦੇ ਜੀ ਨਹੀਂ ਗੱਡੀ ਜ਼ਰੂਰ ਵੀ ਡਰਾਈਵਰ ਵੀ ਸਾਡਾ ਹੋਊ। ਹੂੰ ਬਾਬਾ ਜੀ ਕਹਿਣ ਲੱਗੇ ਚੰਗਾ ਗੱਡੀ ਛੱਡ ਜਾਓ, ਪਰ ਸਾਡੀ ਇੱਕ ਸ਼ਰਤ ਹੈ। ਹੂੰ ਕਹਿੰਦੇ ਜੀ ਦੱਸੋ। ਜਿੰਨਾ ਚਿਰ ਸਰੀਰ ਸਾਡਾ ਸਰੀਰ ਹੈ ਹੂੰ ਇਹ ਗੱਡੀ ਉਹਨਾਂ ਚਿਰ ਰਹੇ, ਅੱਛਾ ਫੇਰ ਗੱਡੀ ਤੁਸੀਂ ਆਪਦਾ ਡਰਾਈਵਰ ਤੇ ਆਪਦੀ ਗੱਡੀ ਵਾਪਸ ਲੈ ਜਾਓ। ਹੂੰ ਇੱਥੇ ਨਹੀਂ ਸਾਡੇ ਖਾਤਰ ਲੋਕ ਗੱਡੀ ਨੂੰ ਮੱਥਾ ਟੇਕਿਆ ਕਰਨਗੇ ਵੀ ਬਾਬਾ ਨਾਨਕ ਸਿੰਘ ਜੀ ਨੇ ਜੋ ਸਫ਼ਰ ਕਰੀਏ। ਹੂੰ ਕਹਿੰਦੇ ਜੀ ਠੀਕ ਆ ਹੀ ਹੋਊਗਾ, ਅਸੀਂ ਲੈ ਜਾਵਾਂਗੇ। ਹੂੰ ਫੇਰ ਬਾਬਾ ਜੀ ਫੇਰ ਬਹੁਤ ਚਿਰ ਯਾਤਰਾ ਕਰਦੇ ਰਹੇ। ਹੂੰ ਫੇਰ ਇੱਕ ਦਿਨ ਉੱਥੋਂ ਬਾਬਾ ਜੀ ਚੱਲ ਪਏ। ਹੂੰ ਉੱਥੇ ਕਲੇਰਾਂ ਦੇ ਕੋਲ ਇੱਕ ਡੱਲਾ ਹੈ ਉਰੇ, ਅੱਛਾ ਡੱਲੇ ਦੇ ਨਾਲ ਸੂਆ ਜਾਂਦਾ ਹੈ। ਹੂੰ ਫੇਰ ਬਾਬਾ ਜੀ ਉਹ ਕਹਿਣ ਲੱਗੇ ਹਰੀ ਸਿੰਘ ਡਰੇਬਲ ਹੁੰਦਾ ਬਾਬਾ ਜੀ ਦਾ, ਹੂੰ ਤੇ ਉੱਥੇ ਆ ਕੇ ਗੱਡੀਆਂ ਨਾਲ ਕੱਚੇ ਰਾਹ ਲਈ ਆਉਂਦੇ ਨਾ, ਹੂੰ ਉੱਥੇ ਉਹ ਪੱਗ ਉਹਨੂੰ ਪੱਗ ਡੰਡੀ ਕਹਿੰਦੇ ਅੱਗੇ, ਅੱਛਾ ਪੁਲੀ ਹੁੰਦੀ ਬੰਦਾ ਲੰਘਣ ਨੂੰ। ਹੂੰ ਤੇ ਹਰੀ ਸਿੰਘ ਨੂੰ ਕਹਿੰਦੇ ਹਰੀ ਸਿੰਘ ਆਪਾਂ ਨੂੰ ਪੁਲ ਦੂਰ ਪਊਗਾ, ਹੂੰ ਗੱਡੀ 'ਚ ਧੂੜ ਵਾਲੀ ਪੈਂਦੀ ਹੈ, ਹੂੰ ਆਪਾਂ ਗੱਡੀ ਆ ਪੁਲ ਸਾਈਂ ਦੀ ਮੂਹਰੇ ਆਊਗਾ, ਦੂਜੇ ਪੱਕੀ ਪੱਡੀ ਤੇ ਚੜਾ ਲੈ। ਹੂੰ ਉਹ ਕਹਿੰਦਾ ਬਾਬਾ ਜੀ ਸੱਤ ਵਚਨ। ਹੂੰ ਉਹ ਹਰੀ ਸਿੰਘ ਕਹਿਣ ਲੱਗਿਆ ਜਦੋਂ ਮੈਂ ਕਾਨਾ ਤੋੜ ਲਿਆ, ਅੱਛਾ ਕਹਿੰਦਾ ਮੈਂ ਕਿਹਾ ਜੀ ਮੈਂ ਪੁਲ ਮਿਲਿਆ ਵਾਂ, ਕਹਿੰਦੇ ਮਿਲਿਆ, ਕਾਨਾ ਮੈਂ ਤੋੜ ਲਿਆ, ਕਹਿੰਦਾ ਹੂੰ ਪੁਲੀ 3 ਫੁੱਟ, ਅੱਛਾ ਗੱਡੀ ਦੇ ਟਾਇਰ 5.5 ਫੁੱਟ। ਹੂੰ ਕਹਿੰਦਾ ਜਦੋਂ ਮੈਂ ਆ ਕੇ ਗੱਡੀ ਦੇ ਟਾਇਰਾਂ ਨਾਲ ਲਾ ਲਿਆ, ਹੂੰ ਫੇਰ ਮੈਂ ਫੇਰ ਜਾਵਾਂ, ਮੈਂ 2-3 ਵਾਰੀ ਮਿਲਿਆ। ਹੂੰ ਕਹਿੰਦੇ ਮੈਨੂੰ ਆਦੇ ਹਰੀ ਹੂੰ ਕੀ ਕਾਰਨ ਹੈ? ਹੂੰ ਕਹਿੰਦਾ ਮੈਂ ਆਖਿਆ ਬਾਬਾ ਜੀ ਪੁਲੀ ਛੋਟੀ ਹੈ। ਹੂੰ ਕਹਿੰਦੇ ਨਹੀਂ ਤੇਰੀ ਮਿਹਨਤੀ 'ਚ ਨਹੀਂ ਆਈ, ਪੁਲੀ ਪੂਰੀ ਹੈ, ਅੱਛਾ ਗੱਡੀ ਹੱਕ ਦੇ। ਹੂੰ ਹਰੀ ਸੋ ਕਹਿਣ ਲੱਗਿਆ ਕਹਿੰਦਾ ਜਦੋਂ ਮੈਂ ਗੱਡੀ ਪੁਲੀ ਨੂੰ ਸਿੱਧੀ ਕਰਤੀ ਹੂੰ ਤੇ ਮੈਂ ਅੱਖਾਂ ਮੀਚ ਲਈਆਂ। ਹੂੰ ਕਹਿੰਦਾ ਮੈਂ ਆਖਿਆ ਵੀ ਗੱਡੀ ਤਾਂ ਸੂਏ 'ਚ ਡਿੱਗੂਗੀ ਹੁਣ। ਹੂੰ ਤੇ ਕਹਿੰਦਾ ਜਦੋਂ ਮੈਂ ਅੱਖਾਂ ਮੀਚ ਲਈਆਂ ਮੈਨੂੰ ਨਹੀਂ ਪਤਾ ਲੱਗਿਆ ਵੀ ਕਿਹਨੇ ਸਟੀਅਰਿੰਗ ਵੱਟਿਆ, ਕਿੱਥੋਂ ਦੀ ਲੰਘੀ ਹੈ ਗੱਡੀ, ਕਹਿੰਦਾ ਸੂਏ ਦੀ ਪੱਕੀ ਪਰੜੀ ਤੇ ਤੁਰੀ ਜਾਵੇ। ਅੱਛਾ ਕਹਿੰਦਾ ਜਦੋਂ ਮੈਂ ਅੱਖਾਂ ਖੋਲ ਕੇ ਦੇਖੀਆਂ ਮੈਂ ਆਖਿਆ ਗੱਡੀ ਤਾਂ ਤੁਰੀ ਜਾਂਦੀ ਹੈ ਪਰੜੀ ਤੇ। ਹੂੰ ਤੇ ਫਿਰ ਉੱਥੋਂ ਚੱਲਦੇ ਰਹੇ, ਐਵੇਂ ਜਿਵੇਂ ਯਾਤਰਾ ਕਰਦੇ ਰਹੇ। ਹੂੰ ਪੁੱਛੋ ਆ ਗਏ ਦੁਬਾਰੇ ਇੱਥੇ, ਹੂੰ ਫਿਰ ਉੱਥੇ ਵਗ ਜਾ ਕਰਨ। ਜਦੋਂ ਕਰਦੇ ਸੀ ਭਜਨ ਬੰਦਗੀ ਤਾਂ ਉੱਥੇ ਫਿਰ ਕੁੱਲੀ ਨੂੰ ਅੱਗ ਲਾ ਜਾਂਦੇ ਸੀ ਅੱਛਾ ਜਾਂਦੇ ਹੋਏ। ਹੂੰ ਇਹ ਫਿਰ ਇੱਥੇ ਬਾਬਾ ਜੀ ਨੇ ਹੂੰ ਇਹਨਾਂ ਨੇ ਸੁਨੇਹਾ ਲਾਤਾ ਕਿ ਨਾ ਹੂੰ ਵੀ ਕਲੇਰੀ ਇੱਥੇ ਬਾਬਾ ਜੀ ਭਜਨ ਬੰਦਗੀ ਕਰੀ ਜਾਂਦੇ। ਕਹਿੰਦੇ ਰਿਖੀ ਜੀ ਸਾਨੂੰ ਹੁਣੇ ਆ ਕੇ ਮਿਲੇ। ਹੂੰ ਇੱਥੋਂ ਬਾਬਾ ਜੀ ਨੇ ਗੱਡੀ ਨਹਿਰ ਪਵਾਤੀ। ਅੱਛਾ ਨਹਿਰ ਪਵਾਈ ਵੀ ਤਾਂ ਇੱਥੇ ਪੂਲੇ ਆ ਗਏ। ਹੂੰ ਪੂਲੇ ਆਏ ਵੇ ਤਾਂ ਉੱਥੇ ਬਾਬੂ ਰਹਿੰਦਾ ਸੀ ਪੂਲੇ, ਹੂੰ ਤਾਂ ਉਹਨੇ ਸੰਗਲ ਲਾਤੇ ਮੂਹਰੇ। ਉਦੋਂ ਅੰਗਰੇਜ਼ਾਂ ਦਾ ਰਾਜ ਸੀ, ਗੱਡੀ ਆਪਣੀ ਸੂਏ ਦੀ ਪਰੜੀ ਤੇ ਚੜ੍ਹ ਨਹੀਂ ਦਿੰਦੇ ਨਹਿਰ ਦੇ ਉੱਤੇ। ਅੱਛਾ ਤਾਂ ਹਰੀ ਸਿੰਘ ਡਰੇਵਲ ਗਿਆ, ਉਹ ਬਾਬੂ ਨੂੰ ਜਾ ਕੇ ਕਹਿਣ ਲੱਗਿਆ ਕਹਿੰਦਾ ਜੀ ਬਾਬਾ ਜੀ ਆਏ ਨਾ, ਹੂੰ ਉਹਨੇ ਅਸੀਂ ਪੁੱਛੋ ਜਾਣਾ ਕਾਹਲ ਨਾਲ, ਹੂੰ ਬਾਬਾ ਜੀ ਦਾ ਸੁਨੇਹਾ ਹੈ ਤੇ ਤੁਸੀਂ ਸੰਗਲ ਖੋਲ ਦਿਓ। ਅੱਛਾ ਤੇ ਉਹ ਬਾਬੂ ਕਹਿਣ ਲੱਗਿਆ ਕਹਿੰਦਾ ਵੀ ਕਿਹਦੇ ਹੁਕਮ ਨਾਲ ਚਲਾਈ ਹੈ ਗੱਡੀ? ਉਹ ਕਹਿੰਦਾ ਜੀ ਹੁਕਮ ਦਾ ਨਹੀਂ, ਬਾਬਾ ਜੀ ਦਾ ਹੁਕਮ ਆ ਗਿਆ, ਅਸੀਂ ਤੁਰ ਪਏ। ਹੂੰ ਬਾਬਾ ਜੀ ਕਹਿੰਦੇ ਨਹਿਰ ਦੀ ਪਰੜੀ ਪਾ ਦਿਓ। ਕਹਿੰਦਾ ਵੀ ਮੈਂ ਤਾਂ ਨਹੀਂ ਖੋਲਦਾ, ਗੱਡੀ ਵਾਪਸ ਮੋੜ ਲਓ। ਅੱਛਾ ਉਹ ਕਹਿੰਦਾ ਜਦੋਂ ਮੈਂ ਤੁਰਿਆ ਹੂੰ ਬਾਬਾ ਜੀ ਕਹਿਣ ਲੱਗੇ ਹਰੀ ਹੂੰ ਗੱਡੀ ਹੱਕ ਦੇ ਸੰਗਲ ਤਾਂ ਖੁੱਲ੍ਹਾ ਹੈ। ਅੱਛਾ ਜਦੋਂ ਕਹਿੰਦਾ ਮੈਂ ਗੱਡੀ ਹੱਕੀ ਸੰਗਲ ਖੁੱਲ੍ਹਾ, ਅਸੀਂ ਪੁੱਛੋ ਜਾ ਵੜੇ। ਹੂੰ ਪੁੱਛੇ ਜਾ ਕੇ ਕਹਿੰਦਾ ਅਸੀਂ ਗੱਡੀ ਖੜਾਤੀ। ਬਾਬਾ ਜੀ ਪੁੱਤਰ ਕੇ ਕਮਰੇ ਜਾ ਵੜੇ ਬਾਬਾ ਜੀ ਕੋਲੇ। ਹੂੰ ਬਾਬਾ ਜੀ ਕਹਿਣ ਲੱਗੇ ਰਿਖੀ ਜੀ ਤੁਸੀਂ ਲੇਟ ਹੋ ਗਏ। ਹੂੰ ਕਹਿੰਦੇ ਜੀ ਉੱਥੇ ਇੱਕ ਬਾਬੂ ਸੀਗਾ, ਹੂੰ ਉਹਨੇ 10 ਮਿੰਟ ਕਰਾ, ਅੱਧਾ ਘੰਟਾ ਟਾਈਮ ਹੀ ਲਵਾਤਾ ਸਹੁਰੇ ਨੇ। ਹੂੰ ਤੇ ਬਾਬਾ ਜੀ ਕਹਿੰਦੇ ਕਹਿਣ ਲੱਗੇ ਉਹ ਕਹਿੰਦੇ ਉਹਦਾ ਕੀ ਢਿੱਡ ਰੋਕਦਾ ਸੀ? ਅੱਛਾ ਨਹਿਰ ਸਰਕਾਰ ਦੀ, ਹੂੰ ਆਉਂਦੇ ਤੁਸੀਂ ਆਪਦੇ ਰਾਹ ਸੀ, ਹੂੰ ਉਹਦਾ ਕੀ ਢਿੱਡ ਦੁਖਣ ਲੱਗ ਗਿਆ? ਹੂੰ ਬਾਬਾ ਜੀ ਨੇ ਬਚਨ ਕਰਤੇ, ਬਾਬੂ ਦੇ ਦਰਦ ਹੋਣ ਲੱਗ ਗਿਆ। ਅੱਛਾ ਦਰਦ ਹੋਣ ਲੱਗਿਆ ਵਿਆ ਹੂੰ ਤਾਂ ਮਗਰੀ ਉਹਦੇ ਘਰ ਵਾਲੀ ਨੇ ਗੱਡੀ 'ਚ ਪਾਇਆ ਹੂੰ ਤੇ ਚੱਲ ਪਏ। ਬਾਬਾ ਜੀ ਇਹਦੇ ਅੰਦਰ ਹੀ ਬੈਠੇ ਸੀ ਬਾਬਾ ਜੀ ਕੋਲੇ, ਅੱਛਾ ਬਚਨਬਾਣੀ ਕਰੀ ਜਾਂਦੇ ਸੀ। ਬਾਬਾ ਜੀ ਨੂੰ ਜਾ ਕੇ ਕਹਿਣ ਲੱਗੇ, ਉੱਥੇ ਇੱਕ ਕਾਲਾ ਕਾਲਾ ਹੁੰਦਾ ਪੁੱਛੋ, ਬਾਬਾ ਜੀ ਦਾ ਵੱਡਾ ਹਜੂਰ ਗਿਆ। ਹੂੰ ਉਹਨੂੰ ਜਾ ਕੇ ਕਿਹਾ, ਕਹਿੰਦੇ ਜੀ ਐਂ ਕਰਕੇ ਆਹ ਗੱਲ ਹੋ ਗਈ। ਉਹਦੇ ਘਰਾਂ ਵਾਲੀ ਕਹਿਣ ਲੱਗੀ ਵੀ ਗਲਤੀ ਹੋ ਗਈ ਅੱਛਾ ਤੇ ਵੀ ਸਾਨੂੰ ਭੁਗਤਾਓ। ਹੂੰ ਉਹਨੇ ਕਿਹਾ ਬਾਬਾ ਜੀ ਨੂੰ ਕਾਲੇ ਨੇ ਹੂੰ ਵੀ ਐਂ ਕਰਕੇ ਜੀ। ਬਾਬਾ ਜੀ ਕਹਿੰਦੇ ਕੋਈ ਨਹੀਂ ਭਾਈ ਆ ਜਾਣ ਦਿਓ। ਹੂੰ ਹਾਂ ਭਾਈ ਗੁੱਡੀ ਕੀ ਤਕਲੀਫ ਹੋਇਆ? ਬਾਬਾ ਜੀ ਮਹਾਰਾਮ ਸਿੰਘ ਕਹਿਣ ਲੱਗੇ, ਹੂੰ ਕਹਿੰਦੇ ਜੀ ਐਂ ਕਰਕੇ ਵੀ ਬਾਬਾ ਜੀ ਦੀ ਗੱਡੀ ਘੇਰ ਲਈ ਰਿਖੀ ਜੀ ਦੀ ਹੂੰ ਤੇ ਉਹ ਤੋਂ ਗਲਤੀ ਹੋ ਗਈ ਵੀ ਸਾਨੂੰ ਬਖਸ਼ ਦਿਓ। ਹੂੰ ਬਾਬਾ ਜੀ ਕਹਿੰਦੇ ਭਾਈ ਉਹ ਮਰਿਆ ਨਹੀਂ ਹਲੇ? ਅੱਛਾ ਕਹਿੰਦੇ ਬਿਨਾਂ ਮਤਲਬ ਤੋਂ ਰਿਖੀ ਨੂੰ ਉੱਥੇ 2 ਘੰਟਾ ਖੜਾਈ ਰੱਖਿਆ, ਹੂੰ ਉਹਦਾ ਕੀ ਢਿੱਡ ਦੁਖਦਾ ਸੀ? ਉਹ ਹਲੇ ਜਿਉਂਦਾ ਹੀ ਬੈਠਾ। ਹੂੰ ਜਦੋਂ ਉਹ ਮੁੜ ਕੇ ਗੱਡੀ ਕੋਲੇ ਆਈ ਤਾਂ ਉਹ ਗੱਡੀ 'ਚ ਮਰਿਆ ਪਿਆ। ਅੱਛਾ ਹਾਂ
ਫਿਰ ਬਾਬਾ ਜੀ ਉਤੋਂ ਫੇਰ ਮੁੜੇ ਅੱਛਾ ਇਹ ਪੁੱਛ ਵਾਲੇ। ਹਾਂ ਫਿਰ ਆ ਕੇ ਐਵੇਂ ਜਿਵੇਂ ਯਾਤਰਾ ਕਰਦੇ ਰਹੇ, ਬਹੁਤ ਬਾਲੇ ਪਾਠ ਪੂਜਾ ਬਹੁਤ ਕਰਾਈ ਇਹਨਾਂ ਨੇ ਲੰਮੀ। ਫਿਰ ਜਦੋਂ ਉੱਥੋਂ ਦੇਖ ਲਾ ਬਾਬਾ ਜੀ ਹਲੇ ਗੱਦੀ ਤੇ ਸੀਗੇ ਤਾਂ ਫਿਰ ਇਹਦੇ ਝੰਗ ਪਾਠ ਪੂਠ ਕਰਦੇ ਰਹੇ ਝੰਗ ਮਲਾਣੇ 'ਚ, ਹੋਰ ਜਿੱਥੇ ਜਾਇਆ ਕਰਨ ਅੱਗ ਲਾ ਦਿਆ ਕਰਨ। ਫਿਰ ਪਟਿਆਲੇ ਵਾਲਾ ਰਾਜਾ ਬਿਮਾਰ ਹੋ ਗਿਆ। ਅੱਛਾ ਪਟਿਆਲੇ ਵਾਲਾ ਰਾਜਾ ਬਿਮਾਰ ਹੋਇਆ ਪਿਆ ਤਾਂ ਉਹਨਾਂ ਨੇ ਬਲੈਤੋਂ ਡਾਕਟਰ ਮੰਗਾ ਲਿਆ। ਬਲੈਤੋਂ ਡਾਕਟਰ ਮੰਗਾਇਆ ਪਿਆ ਤਾਂ ਫਿਰ ਉਹ ਮਤਲਬ ਆ ਕੇ ਉਹਨੇ ਟੀਕਾ ਲਾਤਾ। ਅੱਛਾ ਟੀਕਾ ਲਾਇਆ ਪਿਆ ਤਾਂ ਉਹਦੀਆਂ ਅੱਖਾਂ ਬਾਹਰ ਉਗਲ ਗਈਆਂ। ਅੱਖਾਂ ਕਹਿੰਦੇ ਐਂ ਲਮਕਦੇ ਆ ਜਿਹੜੇ ਬੰਦਿਆਂ ਨੇ ਦੇਖਣੀਆਂ। ਮੈਂ ਉਹ ਤੋਂ ਆਪ ਇਹ ਗੱਲ ਉਹਦੇ ਦੇ ਕੰਨੀ ਸੁਣੀ ਹੈ, ਜਿਹੜਾ ਬੰਦਾ ਉਦੋਂ ਬਾਬਾ ਜੀ ਦੇ ਨਾਲ ਗਿਆ ਸੀ। ਅੱਛਾ ਵੀ ਅੱਖਾਂ ਐਂ ਲਮਕਦੀਆਂ ਸੀ ਜਿਵੇਂ ਕੋਈ ਆਪਣੇ ਕੱਦੂ ਦੇ ਚੂਣੇ ਲਮਕਦੇ ਹੁੰਦੇ ਨੇ ਦੋਨੀ ਪਾਸੇ ਮੂੰਹ ਤੇ ਉੱਥੋਂ ਫਿਰ ਰਾਣੀਆਂ ਸਪੈਸ਼ਲ ਗੱਡੀ ਦਾ ਇੰਜਣ ਲੈ ਕੇ ਇੱਕ ਡੱਬਾ ਤੇ ਇੱਥੇ ਪੁੱਛੋ ਆ ਗਈਆਂ। ਅੱਛਾ ਪੁੱਛੋ ਆ ਕੇ ਦੇਖ ਲਾ ਇਹਨਾਂ ਬਾਬਾ ਜੀ ਦੇ ਬੇਨਤੀ ਕਰੀ ਵੀ ਤੁਸੀਂ ਬਾਬਾ ਜੀ ਕਿਰਪਾ ਕਰੋ। ਇਹ ਕਹਿਣ ਲੱਗੇ, ਕਹਿੰਦੇ ਭਾਈ ਉਹਨੇ ਕੰਮ ਤਾਂ ਕਰਿਆ ਸੀ ਬਹੁਤ ਮਾੜਾ, ਪਰ ਚੰਗਾ ਇੱਕ ਤਾਂ ਸਾਡਾ ਜਵਾਨ ਤੇ ਗਿਆ ਹੋ ਗਿਆ ਸੀ। ਅੱਛਾ ਇੱਕ ਰਿਖੀ ਜੀ ਨੂੰ ਇਹ ਗੱਡੀ ਦੀ ਵਿੱਚ ਬਾਬਾ ਜੀ ਨੂੰ ਤੇ ਚੰਗਾ ਫਿਰ ਅਸੀਂ ਚੱਲਦੇ ਹਾਂ ਨਾਲ ਬਾਗੇ ਨਾਲ ਜਾ ਕੇ ਕਹਿਣ ਲੱਗੇ ਉਹਨੂੰ, ਕਹਿੰਦੇ ਪੂਪਿਆ ਕੰਮ ਤਾਂ ਕਰਿਆ ਸੀ ਤਾਂ ਮਾੜਾ, ਇੱਕ ਤਾਂ ਸਾਡਾ ਜਵਾਨ ਤੇ ਗਿਆ ਹੋ ਗਿਆ ਸੀ, ਇੱਕ ਤੂੰ ਰਿਖੀ ਜੀ ਨੂੰ ਗੱਡੀ ਦੇ ਬੈਠਾ, ਚੰਗਾ ਫਿਰ ਤੂੰ ਚੱਲ ਅਸੀਂ ਤੇਰੇ ਹੁਣ ਦਰਗਾਹ ਦੇ ਜਵਾਨ ਤੇ ਹੋ ਜਾਂਦੇ ਹਾਂ। ਅੱਛਾ ਫਿਰ ਬਾਬਾ ਜੀ ਨੇ ਉਹਦਾ ਸਰੀਰ ਦਾ ਕਲਿਆਣ ਕਰੀ ਸੀ।